Hello everyone, welcome you all on your channel Ravneet Study Corner। सो ਅੱਜ ਦੀ ਇਸ ਵੀਡੀਓ ਵਿੱਚ ਜਿਸ ਤਰ੍ਹਾਂ ਕਿ ਆਪਾਂ ਆਪਣਾ ਸਿਲੇਬਸ ਸਟਾਰਟ ਕਰ ਦਿੱਤਾ ਹੈਗਾ। ਸੋ ਨਿਊਕਲੀਅਰ ਫਿਜ਼ਿਕਸ ਆਪਾਂ ਫਸਟ ਯੂਨਿਟ ਕਰਾਂਗੇ। ਸਭ ਤੋਂ ਪਹਿਲਾਂ ਇਹ ਯੂਨਿਟ ਕੰਪਲੀਟ ਕਰਾਂਗੇ ਔਰ ਐਜ਼ ਪਰ ਸਿਲੇਬਸ ਜਿਹੜਾ ਫਰਸਟ ਟੌਪਿਕ ਹੈਗਾ ਸਾਡੇ ਸਿਲੇਬਸ ਵਿੱਚ ਦੈਟ ਇਜ਼ ਬੇਸਿਕ ਨਿਊਕਲੀਅਰ ਪ੍ਰੋਪਰਟੀਜ਼ ਐਂਡ ਉਹਨਾਂ ਨਿਊਕਲੀਅਰ ਪ੍ਰੋਪਰਟੀਜ਼ ਦੇ ਅੰਡਰ ਜਿਹੜਾ ਪਹਿਲੀ ਪ੍ਰੋਪਰਟੀ ਹੈਗੀ ਹੈ ਦੈਟ ਇਜ਼ ਸਾਈਜ਼। ਸੋ ਅਸੀਂ ਸਭ ਤੋਂ ਪਹਿਲਾਂ ਇਸ ਟੌਪਿਕ ਨੂੰ ਮਤਲਬ ਕਰਾਂਗੇ। ਸੋ ਮੈਂ ਇੱਕ ਗੱਲ ਤੁਹਾਨੂੰ ਕਲੀਅਰ ਕਰਨੀ ਹੈ ਬਿਫੋਰ ਸਟਾਰਟਿੰਗ ਦਿਸ ਸਿਲੇਬਸ ਜਾਂ ਸਾਰਾ ਸਿਲੇਬਸ ਸ਼ੁਰੂ ਕਰਨ ਤੋਂ ਪਹਿਲਾਂ ਕਿ ਵੀ ਹੈਵ ਟੂ ਸਟਿਕ ਟੂ ਦ ਸਿਲੇਬਸ 'ਚ ਜੋ ਕੁਛ ਵੀ ਹੈਗਾ ਸਾਨੂੰ ਉਹਦੇ ਨਾਲ ਸਟਿਕ ਕਰਨਾ। ਐਵੇਂ ਨਹੀਂ ਕਰਨਾ ਕਿ ਮਤਲਬ ਇੱਕ ਚੀਜ਼ ਛੋਟੀ ਚੀਜ਼ ਦਿੱਤੀ ਯਾਰ ਆਪਾਂ ਉਸ ਉੱਤੇ ਪੂਰੀ ਮਾਸਟਰਸ ਕਰਨ ਬੈਠ ਜਾਈਏ ਔਰ ਉਸ ਉੱਪਰ ਪੂਰੀ PhD ਕਰਨ ਬੈਠ ਜਾਈਏ। ਯੂ ਹੈਵ ਟੂ ਬੀ ਪ੍ਰਿਸਾਈਜ਼, ਆਪਣੇ ਸੋਰਸਿਸ ਲਿਮਿਟਡ ਰੱਖੋ, ਬਟ ਇੱਕ ਚੀਜ਼ ਸ਼ੋਰ ਕਰੋ ਕਿ ਜੋ ਵੀ ਪੜ੍ਹ ਰਹੇ ਹੋ ਉਹਨੂੰ ਰਿਵਾਈਜ਼ ਕਰੋ। ਜਿੰਨਾ ਵੱਧ ਤੋਂ ਵੱਧ ਉਸ ਨੂੰ ਆਪਣੇ ਅੱਖਾਂ ਅੱਗਿਓਂ ਕੱਢ ਸਕਦੇ ਹੋ, ਜਿੰਨੀ ਵੱਧ ਤੋਂ ਵੱਧ ਵਾਰ ਉਹਨੂੰ ਰਿਵਾਈਜ਼ ਕਰ ਸਕਦੇ ਹੋ ਓਨਾ ਕਰੋ। ਬਿਕਾਜ਼ ਜ਼ਿਆਦਾ ਪੜ੍ਹਨ ਨਾਲੋਂ ਬੈਟਰ ਹੈ ਕਿ ਤੁਸੀਂ ਜਿੰਨਾ ਪੜ੍ਹ ਰਹੇ ਹੋ ਓਨਾ ਚੰਗੀ ਤਰ੍ਹਾਂ ਪੜ੍ਹੋ। ਸੋ ਠੀਕ ਹੈ। ਸੋ ਆਈ ਥਿੰਕ ਸਾਨੂੰ ਆਪਣਾ ਟੌਪਿਕ ਸਟਾਰਟ ਕਰਨਾ ਚਾਹੀਦਾ ਅੱਜ। ਸੋ ਸਭ ਤੋਂ ਪਹਿਲਾਂ ਸਾਈਜ਼। ਸੋ ਜਿਹੜਾ ਪਹਿਲਾ ਐਕਸਪੈਰੀਮੈਂਟ ਸੀਗਾ ਵਿਚ ਗੇਵ ਅਸ ਐਨ ਆਈਡੀਆ ਅਬਾਊਟ ਦੀ ਸਾਈਜ਼ ਦੈਟ ਦੇਰ ਇਜ਼ ਸਾਈਜ਼ ਆਫ ਐਟਮ ਔਰ ਨਿਊਕਲੀਅਸ ਦੈਟ ਵਾਜ਼ ਰਦਰਫੋਰਡ ਐਲਫਾ ਰੇ ਸਕੈਟਰਿੰਗ ਐਕਸਪੈਰੀਮੈਂਟ। ਇਹ ਐਕਸਪੈਰੀਮੈਂਟ ਨੇ ਸਾਨੂੰ ਦੱਸਿਆ ਕਿ ਦੇਰ ਇਜ਼ ਸਮਥਿੰਗ ਇਨਸਾਈਡ ਦੀ ਐਟਮ ਐਂਡ ਲੈਟ ਅਸ ਸਪੋਜ਼ ਕੰਸੀਡਰ ਕਰਦੇ ਹਾਂ ਆਪਾਂ ਇੱਕ ਫੁੱਟਬਾਲ ਐਂਡ ਉਸ ਦੀ ਓਰੀਜਨ 'ਤੇ ਆਪਾਂ ਇੱਕ ਮਾਰਬਲ ਦੀ ਬਾਲ ਰੱਖਦੇ ਹਾਂ। ਸੋ ਮੈਂ ਤੁਹਾਨੂੰ ਇੱਕ ਸੁਜੈਸਟ ਕਰਾਂਗੀ ਕਿ ਇਸ ਚੀਜ਼ ਨੂੰ ਨਾ ਇਮੈਜਿਨ ਕਰੋ। ਜੋ ਵੀ ਟੀਚਰ ਬੋਲ ਰਿਹਾ ਹੁੰਦਾ ਨਾ ਉਹਨੂੰ ਇੱਕ ਵਾਰੀ ਇਮੈਜਿਨ ਕਰੋ ਕਿ ਉਹ ਕੀ ਬੋਲ ਰਿਹਾ। ਸੋ ਇੱਕ ਫੁੱਟਬਾਲ ਹੈ ਔਰ ਉਹਦੇ ਓਰੀਜਨ ਉੱਪਰ ਇੱਕ ਮਾਰਬਲ ਦੀ ਬਾਲ ਪਈ ਹੈ ਐਂਡ ਦੈਟ ਮਾਰਬਲ ਬਾਲ ਇਜ਼ ਆਰ ਨਿਊਕਲੀਅਸ ਐਂਡ ਇਟ constitute 99.9% of the mass of the whole system। and what is this system? ਇਹ ਸਿਸਟਮ ਹੈਗਾ ਸਾਡਾ ਫੁੱਟਬਾਲ ਪਲੱਸ ਮਾਰਬਲ। ਇਹਦੇ ਵਿੱਚ ਜਿਵੇਂ ਕਿ ਐਟਮਸ ਪੂਰਾ ਐਂਡ ਨਿਊਕਲੀਅਸ। ਆਈ ਹੋਪ ਯੂ ਆਰ ਏਬਲ ਟੂ ਰਿਲੇਟ ਬੋਥ ਦ ਸਿਚੁਏਸ਼ਨਸ, ਹੈ ਨਾ। ਸੋ ਇਹ ਸਾਨੂੰ ਇਹਨੇ ਆਈਡੀਆ ਦਿੱਤਾ ਕਿ ਜਿਹੜਾ ਸਾਈਜ਼ ਹੈਗਾ ਨਿਊਕਲੀਅਸ ਦਾ ਦੈਟ ਇਜ਼ ਅ ਫਰਮੀ ਰੇਡੀਅਸ ਹੈਗਾ ਜਿਹੜਾ ਨਿਊਕਲੀਅਸ ਦਾ ਦੈਟ ਇਜ਼ ਆਫ ਦੀ ਆਰਡਰ ਆਫ 10⁻15 ਮੀਨ ਇੱਕ ਫਰਮੀ ਦੀ ਬਰਾਬਰ ਹੈ। ਠੀਕ ਹੈ, ਮਤਲਬ ਅਗਰ ਰੇਡੀਅਸ ਇੱਕ ਫਰਮੀ ਹੈ ਤਾਂ ਡਾਇਆਮੀਟਰ ਕਿੰਨਾ ਹੋਏਗਾ 2 ਫਰਮੀ। ਸੋ ਦਿਸ ਇਜ਼ ਦ ਡਾਇਆਮੀਟਰ ਆਫ ਦੀ ਨਿਊਕਲੀਅਸ 2 × 10⁻15 ਮੀਟਰ। ਔਰ ਇੱਕ ਹੋਰ ਚੀਜ਼ ਪਤਾ ਚੱਲੀ ਕਿ ਜਿਹੜਾ ਐਟਮ ਹੈ ਦੈਟ ਇਜ਼ ਆਫ ਦੀ ਆਰਡਰ ਆਫ 10⁻15। ਸੋ ਅਗਰ ਅਸੀਂ ਦੋਨਾਂ ਨੂੰ ਰਿਲੇਟ ਕਰਦੇ ਹਾਂ ਤਾਂ ਜਿਹੜਾ ਨਿਊਕਲੀਅਸ ਹੈ ਇਜ਼ ਵੈਰੀ ਵੈਰੀ ਸਮੋਲ ਐਂਡ ਇਟ ਇਜ਼ 10,000 ਟਾਈਮਸ ਸਮੋਲਰ ਦੈਨ ਦੀ ਰੇਡੀਅਸ ਆਫ ਦੀ ਐਟਮ। ਸੋ ਮਤਲਬ ਉਹ ਇੱਕ ਛੋਟੀ ਚੀਜ਼ ਜਿਹੜੀ ਇਨਸਾਈਡ ਦੀ ਐਟਮ ਹੈਗੀ ਹੈ ਇਟ ਕੰਸਟੀਟਿਊਟਸ ਆਫ 99.9% ਦੀ ਮਾਸ ਐਂਡ ਇਟ ਇਜ਼ ਸੋ ਸਮੋਲ। ਤੁਸੀਂ ਸੋਚ ਸਕਦੇ ਹੋ ਕਿ ਹਾਊ ਡੈਂਸ ਇਟ ਕੈਨ ਬੀ ਔਰ ਇਸੇ ਲਈ ਉਹਦੀ ਡੈਂਸਿਟੀ ਬਹੁਤ ਜ਼ਿਆਦਾ ਦੈਟ ਇਜ਼ 10⁻17 ਓਕੇ kg/m³। ਔਰ ਫਿਰ ਅਸੀਂ ਅਗਲਾ ਦੇਖਿਆ ਕਿ ਵੋਲੀਅਮ ਆਫ ਦ ਨਿਊਕਲੀਅਸ ਇਜ਼ ਪ੍ਰਪੋਰਸ਼ਨਲ ਟੂ ਦ ਮਾਸ ਨੰਬਰ। ਔਰ ਇਹ ਜਿਹੜਾ ਰਿਲੇਸ਼ਨ ਹੈਗਾ ਨਾ R=R0 A⁻1/3 ਇਹਦੇ ਵਿੱਚ R0 ਕੌਨਸਟੈਂਟ ਹੈ ਔਰ ਇਹ ਵੈਲਿਊ 1.2 to 1.6 ਫਰਮੀ ਵੇਰੀ ਕਰ ਰਹੀ ਹੈ। ਔਰ ਇੱਕ ਚੀਜ਼ ਹੋਰ ਜਿਹੜਾ ਰਿਲੇਸ਼ਨ ਹੈਗਾ ਇਹਦੇ ਉੱਤੇ ਡਾਇਰੈਕਟ ਕਈ ਵਾਰ ਫਾਰਮੂਲਾ ਮਤਲਬ ਨੂਮੈਰੀਕਲ ਬਣ ਜਾਂਦਾ ਇਸ ਫਾਰਮੂਲੇ 'ਤੇ R=R0 A⁻1/3। ਸੋ ਯੂ ਹੈਵ ਟੂ ਰਿਮੈਂਬਰ ਇਟ ਐਂਡ ਦ ਨਿਊਕਲੀਆਈ shape of the nuclei is also considered to be spherical, but after this experiment we came to know that there is a slight deviation in some cases and this deviation is not more than 10% and when it is positive it is called prolate and when it is negative it is called oblate। I hope you understand it very well। so ਨੈਕਸਟ ਪ੍ਰੋਪਰਟੀ ਇਜ਼ ਬਾਈਂਡਿੰਗ ਐਨਰਜੀ। ਸੋ ਬਾਈਂਡਿੰਗ ਐਨਰਜੀ ਇੱਕ ਵਾਰੀ ਨਾ ਧਿਆਨ ਨਾਲ ਸੋਚ ਕੇ ਵੇਖੋ। ਬਾਈਂਡਿੰਗ ਐਨਰਜੀ ਇਜ਼ ਐਨਰਜੀ ਵਿਚ ਇਜ਼ ਰਿਕੁਆਇਰਡ ਟੂ ਹੋਲਡ ਆਲ ਦੀ ਨਿਊਕਲੀਅਨਸ ਟੁਗੈਦਰ।
ਸਾਰੇ ਨਿਊਕਲੀਅਨਸ ਨੂੰ ਟੁਗੈਦਰ ਰੱਖਣ ਵਿੱਚ ਜਿਹੜੀ એનર્ਜੀ ਰਿਕੁਆਇਰਡ ਹੁੰਦੀ ਹੈ ਦੈਟ ਇਜ਼ ਬਾਈਂਡਿੰਗ એનર્ਜੀ ਨਾਓ ਇਫ ਯੂ ਹੈਵ ਟੂ put all the nucleons at infinite distance from each other so they are not able to attract each other और एक दूसरे ते कोई भी force exert ना कर सकन उस energy नू कहते हैं binding energy okay और it is a measure of stability of the nucleus greater the binding energy more stable will be the nucleus or vice versa okay so binding energy equals to delta mc square so where delta m is the mass defect I hope you are able to understand the term mass defect. Mass defect is difference between the mass of the nucleons and the rest mass of the nucleus because this mass utilized as per the mass energy equivalence E equals to mc square to hold all the nucleons together. Okay, so these are the values of mass of proton, neutron, electron and hydrogen. You have to remember it because कई बारी ਸਿੱਧਾ numerical ਬਣ ਜਾਂਦਾ ਸਾਨੂੰ basic values ਨਹੀਂ ਯਾਦ ਹੁੰਦੀਆਂ ਸੋ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਹੁਣ ਇੱਕ ਹੋਰ ਗੱਲ ਪਹਿਲਾਂ ਮੈਂ ਕਿਹਾ ਕਿ ਨਿਊਕਲੀਅਨਸ ਨੂੰ ਸਾਰਿਆਂ ਨੂੰ ਜਦੋਂ ਅਸੀਂ ਨਿਊਕਲੀਅਸ ਚੋਂ ਕੱਢ ਕੇ ਐਟ ਇਨਫਾਈਨਾਈਟ ਡਿਸਟੈਂਸ 'ਤੇ ਰੱਖਣਾ ਬਟ if I have to pick only one nucleon and put that nucleon up to an infinite distance ਬਾਕੀ ਪੂਰਾ ਨਿਊਕਲੀਅਸ ਐਜ਼ ਅ ਹੋਲ ਉੱਥੇ ਹੀ ਰਹਿਣ ਦਿੱਤਾ ਐਂਡ ਇੱਕ ਨਿਊਕਲੀਅਨ ਨੂੰ ਚੁੱਕਿਆ ਐਂਡ ਇਨਫਾਈਨਾਈਟ ਡਿਸਟੈਂਸ 'ਤੇ ਲੈ ਗਈ ਐਂਡ ਦੈਟ ਐਨਰਜੀ ਇਜ਼ ਕਾਲਡ ਬਾਈਂਡਿੰਗ ਐਨਰਜੀ ਪਰ ਨਿਊਕਲੀਅਨ ਐਂਡ ਵੇਅਰ m minus a upon a is a packing fraction so binding energy per nucleon is 8.5 mega electron volt लिखी हुई है इत्थे but that is 8.8 I hope मैं दो जगह एक जगह 8.8 लिखी एक जगह 8.5 लिखी है but the correct value is 8.8 mega electron volt so when we draw a graph so there comes out to be 5 peaks and these 5 peaks are at the interval of 4 मतलब चार ਦੇ इंटरवल ਤੇ ਇਹ ਸਾਰੀਆਂ ਜਿਹੜੀਆਂ ਪੀਕਸ ਹੈਗੀਆਂ ਇਹ ਆਉਂਦੀਆਂ ਆ ਸੋ ਥੀਸ ਪੀਕਸ ਇਹ ਪੀਕਸ ਕੀ ਸਾਨੂੰ ਦਿਖਾਉਂਦੀਆਂ ਇਹ ਪੀਕਸ ਸਾਨੂੰ ਇਹ ਚੀਜ਼ ਦਿਖਾਉਂਦੀਆਂ ਕਿ ਜਿਹੜੇ ਇਹਨਾਂ ਪੀਕਸ ਦੇ ਉੱਤੇ atom ਹੈਗੇ ਆ they are more stable than their neighborhood and this graph between average binding energy per nucleon and mass numbers give us the idea about the peak value मतलब average value ਬਾਰੇ ਵੀ ਸਾਨੂੰ ਇੱਕ ਆਈਡੀਆ ਦਿੰਦੀਆਂ ਔਰ peak value ਬਾਰੇ ਵੀ ਇੱਕ ਆਈਡੀਆ ਦਿੰਦੀਆਂ ਸੋ ਜਿਹੜੇ ਲਾਈਟਰ ਨਿਊਕਲੀਆਈ ਹੁੰਦੇ ਆ ਹਾਈਡਰੋਜਨ ਹੀਲੀਅਮ ਜਿਨ੍ਹਾਂ ਦਾ ਮਾਸ ਨੰਬਰ ਇਜ਼ ਲੈਸ ਦੈਨ ਦੈਟ ਆਫ ਦੀ ਆਇਰਨ ਉਹਨਾਂ ਦੀ ਕੀ ਟੈਂਡੈਂਸੀ ਹੁੰਦੀ ਹੈ ਉਹਨਾਂ ਦੀ ਟੈਂਡੈਂਸੀ ਹੁੰਦੀ ਹੈ ਕਿ ਉਹ ਇਕੱਠੇ ਹੋ ਜਾਣ ਕਿਵੇਂ ਇਕੱਠੇ ਹੋ ਜਾਣ ਮਤਲਬ ਫਿਊਜ਼ ਕਰ ਜਾਣ ਐਂਡ ਮੂਵ ਟੂਵਰਡਸ ਦੈਟ ਪਾਰਟ मतलब मिडल वाल ਨੂੰ मूव करना स्टार्ट कर देन और दूसरे ਜਿਹੜੇ मतलब हैवी न्यूक्लियर ਹੁੰਦੇ ਉਹਨਾਂ ਦੀ ਟੈਂਡੈਂਸੀ ਹੁੰਦੀ ਹੈ ਕਿ ਉਹ ब्रेक कर जान फिजन कर जान और विद द रिलीज ऑफ ह्यूज अमाउंट ऑफ एनर्जी एंड वो भी मिडल वाल ਨੂੰ मूव कर जान मी इत्थों मतलब सानू की पता चलदा कि एट द सेंटर ऑफ दिस ग्राफ ਜਿਹੜੀ स्टेबिलिटी है इज़ ग्रेटर दैन the front or the back मतलब ਜਿਹੜੇ ਸਟਾਰਟਿੰਗ ਵਾਲੇ ਪੁਆਇੰਟਸ ਹੈਗੇ ਆ ਉਹਨਾਂ ਦੀ ਸਟੇਬਿਲਿਟੀ ਵੀ ਘੱਟ ਹੈਗੀ ਆ ਔਰ ਜਿਹੜੇ ਲਾਸਟ ਵਾਲੇ ਪੁਆਇੰਟਸ ਹੈਗੇ ਆ ਉਹਨਾਂ ਦੀ ਸਟੇਬਿਲਿਟੀ ਵੀ ਘੱਟ ਹੈਗੀ ਹੈ ਸੋ ਜਿਹੜਾ ਲੀਸਟ ਸਟੇਬਲ ਹੈਗਾ ਉਹਦੀ ਵੈਲਿਊ ਹੈਗੀ ਹੈ ਬਾਈਂਡਿੰਗ ਐਨਰਜੀ ਪਰ ਨਿਊਕਲੀਅਨ ਦੈਟ ਇਜ਼ 7.6 ਮੈਗਾ ਇਲੈਕਟ੍ਰੋਨ ਵੋਲਟ ਐਂਡ ਇਟ ਇਜ਼ ਫॉर यूरेनियम एंड नाउ नेक्स्ट प्रॉपर्टी इज़ एंगुलर मोमेंटम सो ਅਸੀਂ ਮੋਸਟਲੀ ਐਂਗੂਲਰ ਮੋਮੈਂਟਮ ਨੂੰ ਅਸੀਂ ਸੋਚਦੇ ਹਾਂ ਕਿ ਇਟ ਇਜ਼ ਬਿਕੋਜ਼ ਆਫ ਓਨਲੀ ਸਪਿਨ ਬਟ ਨਹੀਂ ਜਿਹੜਾ ਸਪਿਨ ਦੇ ਨਾਲ ਨਾਲ ਇੱਕ ਹੋਰ ਟਰਮ ਜਿਹੜੀ ਇਹਦੇ ਵਿੱਚ ਆਪਣਾ ਕੰਟਰੀਬਿਊਟ ਕਰਦੀ ਹੈ ਦੈਟ ਇਜ਼ orbital angular momentum or spin angular momentum plus orbital angular momentum equals to total angular momentum so here spin angular momentum is 1/2 h cut ਦੀ ਵੈਲਿਊ h/2 ਪਾਈ ਮੈਂ h ਦੀ ਵੈਲਿਊ ਉਸ ਦਿਨ ਟੈਸਟ ਵਿੱਚ ਵੀ ਪਾਈ ਸੀ MCQs ਵਿੱਚ ਸੋ ਅਗਰ ਪੈਰਲਲ ਨੇ ਸਪਿਨਸ ਤਾਂ ਪੋਜ਼ੀਟਿਵ ਹੋਣਗੀ ਵੈਲਿਊਜ਼ ਔਰ ਅਗਰ ਆਪੋਜ਼ਿਟ ਹੈਗੀਆਂ ਤਾਂ ਫਿਰ -h/2 ਹੋਏਗਾ ਹੁਣ ਇੱਕ ਚੀਜ਼ ਹੋਰ ਆ ਜਾਂਦੀ ਹੈ कैपिटल L and कैपिटल S
total orbital angular momentum and total spin angular momentum respectively. So एक गल ਜਦੋਂ ਈਵਨ ਹੋਏਗਾ ਮਾਸ ਨੰਬਰ, ਸੋ ਇਹ ਗੱਲ ਇੱਕ ਵਾਰੀ ਸੋਚ ਕੇ ਦੇਖਿਓ, ਜਦੋਂ ਈਵਨ ਹੋਏਗਾ ਮਾਸ ਨੰਬਰ ਮੀਨਸ there are paired electrons, means their spin will cancel out each other, means ਜਿਹੜਾ ਸਾਰਾ angular momentum ਹੈ it is because of the angular orbital angular momentum. Okay, ਸਮਝ ਲੱਗ ਰਹੀ ਹੈ ਇਸ ਗੱਲ ਦੀ? total angular momentum is only because of the orbital angular momentum. ਸਪਿਨ ਦਾ ਉਹਦੇ ਵਿੱਚ ਕੋਈ ਰੋਲ ਨਹੀਂ ਰਿਹਾ, ਬਿਕਾਜ਼ ਜਦੋਂ ਪੇਅਰ ਹੋ ਜਾਣਗੀਆਂ ਅਤੇ ਅਪਵਰਡ ਐਂਡ ਡਾਊਨਵਰਡ ਉਹ ਕੈਂਸਲ ਆਊਟ ਕਰ ਦੇਣਗੇ। ਇਹ ਨੋਟ ਵਿੱਚ ਮੈਂ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਈ ਹੈ ਕਿ ਜਦੋਂ ਪੇਅਰਡ ਨਹੀਂ ਆ ਅਤੇ ਉਹ ਸਿਰਫ orbital angular momentum ਦੇ ਇਕੁਅਲ ਹੋਏਗਾ, ਬਿਕਾਜ਼ spin will be 0 and when there is odd mass number the I will be equal to 2n plus 1 h cut by 2. Okay, so next property is parity. Parity ਕੀ ਹੁੰਦੀ ਹੈ ਐਕਚੁਅਲੀ? parity of the nucleus refers to its behavior ਜਦੋਂ ਆਪਾਂ ਕੋਆਰਡੀਨੇਟਸ ਦੀ ਇਨਵਰਜਨ ਕਰ ਦਿੰਦੇ ਹਾਂ। ਸੋ ਅਸੀਂ ਆਲਰੇਡੀ ਵੇਖਿਆ ਹੋਇਆ ਸਾਈ ਈਵਨ ਫੰਕਸ਼ਨ ਅਤੇ ਔਡ ਫੰਕਸ਼ਨ ਮੈਥਸ ਵਿੱਚ ਕੀਤੇ ਹੋਏ ਹੈ, ਉਹ ਉਸੇ ਤਰ੍ਹਾਂ ਸਿਮਿਲਰਲੀ ਹੈ। ਜਦੋਂ ਅਸੀਂ ਨੈਗੇਟਿਵ ਸਾਈਨ ਇੰਟਰੋਡਿਊਸ ਕਰਦੇ ਹਾਂ, ਮਤਲਬ ਜਦੋਂ ਅਸੀਂ ਕੋਆਰਡੀਨੇਟ ਇਨਵਰਟ ਕਰ ਦਿੰਦੇ ਹਾਂ ਅਤੇ ਅਗਰ ਜ਼ਾਈ ਇਕੁਅਲਸ ਟੂ ਜ਼ਾਈ ਡੈਸ਼ ਰਹਿ ਜਾਵੇ, ਮਤਲਬ ਮਾਈਨਸ ਸਾਈਨ ਬਾਹਰ ਨਾ ਆਵੇ, ਤਾਂ ਇਟ ਇਜ਼ ਈਵਨ ਪੈਰਿਟੀ ਐਂਡ ਵੈਨ ਇਟ ਕਮ ਆਊਟਸਾਈਡ the whole wave function then it will be odd parity. So parity of the nucleus is closely associated with the orbital angular momentum, that is capital L. अगर capital L even है that is orbital angular momentum even है तो parity even होएगी, अगर orbital angular momentum odd है तो parity भी odd होएगी। magnetic moment ਜਦੋਂ इलेक्ट्रॉन की एक चार्ज पार्टिकल है, ਜਦੋਂ एक चार्ज पार्टिकल मूव करता तो वॉट इट कॉन्स्टिट्यूट हाँ जी यस करंट, एक करंट ਨੂੰ कॉन्स्टिट्यूट करता है एंड द टोटल मैगनेटिक मोमेंट इक्वल्स टू प्रोडक्ट ऑफ दैट करंट इनटू द एरिया ऑफ दैट लूप, जिस लूप ਵਿੱਚ ਉਹ रोटेट कर रहा है। सो इट विल बी I इंटू पाई आर स्क्वेयर। सो आफ्टर सॉल्विंग इट ਵੀ ਕਮ ਜਿਹੜਾ ਮੈਂ ਹਾਈਲਾਈਟਡ ਕੀਤਾ ਹੋਇਆ ਮਿਊ ਐਲ ਇਕੁਅਲਸ ਟੂ ਮਾਈਨਸ ਈ ਅਪੋਨ 2ml, ਬਿਕਾਜ਼ ਵੀ ਨੋ mvr ਇਕੁਅਲਸ ਟੂ capital L orbital angular momentum and v is the velocity of electron. so ਬੋਹਰ ਮੈਗਨੇਟਨ ਅਸੀਂ ਜਦੋਂ ਹਾਈਡਰੋਜਨ ਦਾ ਕੇਸ ਲਿਆ, ਇੱਕ ਇਲੈਕਟ੍ਰੋਨ ਦੀ ਗੱਲ ਹੋ ਰਹੀ ਹੈ, ਮਿਊ ਐਲ ਇਕੁਅਲਸ ਟੂ ਈ ਐਚ ਕਟ ਅਪੋਨ 2m ਇਕੁਅਲਸ ਟੂ ਮਿਊ ਬੀ ਐਂਡ ਇਟਸ ਵੈਲਿਊ ਇਕੁਅਲਸ ਟੂ 9.2 into 9.27 into 10 to power minus 24 joule per t. ਸੋ ਅਗਰ ਆਪਾਂ ਨਿਊਕਲੀਅਰ ਮੈਗਨੇਟਨ ਦੀ ਗੱਲ ਕਰਨੀ ਹੈ ਤਾਂ ਉਹਦੇ ਵਿੱਚ ਅਸੀਂ ਪ੍ਰੋਟੋਨ ਨੂੰ ਕੰਸੀਡਰ ਕਰਾਂਗੇ। ਸੋ ਦੋਨਾਂ ਵਿੱਚ ਸਿਰਫ ਇੱਕ ਚੀਜ਼ ਦਾ ਡਿਫਰੈਂਸ ਹੈ, ਮਾਸ। ਇੱਕ ਜਗ੍ਹਾ ਆ ਜਾਏਗਾ ਮਾਸ ਆਫ ਇਲੈਕਟ੍ਰੋਨ ਐਂਡ ਇੱਕ ਜਗ੍ਹਾ ਆ ਜਾਏਗਾ ਮਾਸ ਆਫ ਪ੍ਰੋਟੋਨ। ਹੁਣ ਸਾਨੂੰ ਪਤਾ ਹੈ ਦੈਟ ਮਾਸ ਆਫ ਪ੍ਰੋਟੋਨ ਇਜ਼ 1836 ਟਾਈਮਸ ਦੀ ਮਾਸ ਆਫ ਇਲੈਕਟ੍ਰੋਨ, ਮਤਲਬ ਮਾਸ ਆਫ ਦ ਇਲੈਕਟ੍ਰੋਨ ਬਹੁਤ ਘੱਟ ਹੈ ਐਜ਼ ਕੰਪੇਅਰ ਟੂ ਮਾਸ ਆਫ ਪ੍ਰੋਟੋਨ। ਸੋ ਬੋਹਰ ਮੈਗਨੇਟਨ ਐਂਡ ਨਿਊਕਲੀਅਰ ਮੈਗਨੇਟਨ ਦੀ ਰੇਸ਼ੋ 1/1836 ਆ ਜਾਂਦੀ ਹੈ। ਸੋ ਵੈਨ ਵੀ try to find the mu proton then it comes out to be 2.792 mu n and mu neutron is minus 1.913। एक चीज़ प्लस माइनस तो तुसी एक और रिलेट कर सकते हो, जी पॉजिटिव वैल्यू है दैट कम्स आउट ऑफ फॉर प्रोटोन एंड जी नेगेटिव वैल्यू दैट इज़ फॉर न्यूट्रॉन। ओके, सो दिस इज़ ऑल फॉर टुडे। ये सारिया न्यूक्लियर प्रॉपर्टीज़ ने एंड असी न्यूक्लियर मॉडल स्टार्ट करांगे नैक्सट लैक्चर विच। सो आई होप तुहानू वधिया लग्या, समझ आया सारा कुछ। अगर नहीं समझ आया तो यू कैन आस्क इन कमेंट सेक्शन और एज वेल एज इन द ग्रुप। So thank you very much. Like, share and subscribe so that more people can have benefit of it. Thank you.